जद कीता पंजाबिया ने कीता है कमाल होए जो बोले सोनिहाल। हम पंजाबी चैनल के श्रोताओं, मैं आपका आज के कार्यक्रम में स्वागत करता हूं और आज के कार्यक्रम में मैं आपकी मुलाकात उस शख्सियत से करा रहा हूं जिनको कि श्री बंसीलाल बत्रा जी और इनका उपनाम जिससे ये मशहूर हैं अमित्र। अमित्र इनका नाम कैसे पड़ा या क्या है उस घटनाक्रम को तो ये स्वयं बताएंगे। बंसीलाल जी जी नमस्कार। मैं सबसे पूर्व अपने इस कार्यक्रम हम पंजाबी चैनल पर मैं आपका स्वागत करता हूं। जी मेरे पिताजी का नाम कृष्ण मित्र है। जी बिल्कुल, आप परिचित होंगे, बहुत अच्छे से। लेकिन आपको लोग अमित्र के नाम से जानते हैं, ऐसा क्यों? अब पीछे जाता हूँ। मेरा जो बचपन जैसे हुआ, पैदा हुए, तो जो बही में नाम लिखा करते थे, जो पंडित जी निकालते थे, वो नाम था मेरा मित्र कुमार। जो नाम मेरा सबसे पहले मेरे पिताश्री हमारे परिवार द्वारा लिखा गया, पंडित जी द्वारा सुझाया गया जन्म का नाम। जब मैं बड़ा हुआ, परिस्थितियों को झेला, समय और परिस्थितियों को देख के मुझे लगा मित्रता जैसी तो कोई बात दिखाई नहीं दे रही, तो क्यों ना इसको अमित्र कर दूं। क्योंकि मुझे वो ज़्यादा अपने जो जीवन के संघर्ष थे उनके साथ मिलता हुआ ज़्यादा अच्छा लगा, तो मैंने इसलिए उसका नाम अमित्र किया। और अमित्र मेरा एक फाउंडेशन भी है, अमित्र थिएटर भी है, और अमित्र के नाम से मैं लिखता भी हूँ और गाता भी हूँ, तो इसीलिए अमित्र मुझे अच्छा लगा। मेरी परिस्थितियों ने कहा नहीं, तुम अमित्र बन के सबके मित्र बनो, इसीलिए मैंने अपना नाम अमित्र किया और घोषित किया मैं अमित्र हूँ। उसके मतलब जो मुझे कई लोगों ने, जो ज्ञानी थे, हमारे वरिष्ठ रहे, उन्होंने समझाया भी कि अमित्र का मतलब ये भी है कि एक ही मित्र है जो सबका मित्र हो सकता है। किसी ने कहा असंख्य मित्र जिसके हों वो अमित्र है। तो कुछ ऐसा सिलसिला चला, तो मुझे ये नाम अच्छा लगने लगा। बंसीलाल जी, ਤੁਸੀਂ वैसे पंजाबी हैगे हो, पंजाबी बोलते भी हो। हाँ जी। पाकिस्तानों शायद थोड़े परिवार के लोग आए होने। जे तुसी पाकिस्तानों आए तो किहड़ी जगह तो आए हो, थोड़ा परिवार कित्थों आया, किहड़ी जिले तो, तहसील तो, उनके बारे कुछ दसो। मैं दसना चाहांगा, ਅਸੀਂ ਮੀਆਂ ਵਾਲੀ ਦੇ ਹੈਗੇ। ਬਾਊ ਜੀ ਸਾਡੇ ਸੀ, ਬਾਊ ਜੀ ਦੇ ਦੋ ਬ੍ਰਦਰ ਸੀ, ਕਿਸ਼ਨ ਲਾਲ ਜੀ ਤੇ ਗੁਲਸ਼ਨ ਜੀ। ਤਾਂ ਜਦ ਇਹ ਸਾਰੀ ਤਰਾਸਦੀ ਹੋ ਰਹੀ ਸੀ, ਦਾਦੀ ਜੀ ਵੀ ਸਾਡੀ ਨਾਲ ਆਈ ਸੀ, ਔਰ ਸਾਡਾ ਉੱਥੇ ਮਿਰਚਾਂ ਦਾ ਕਾਰੋਬਾਰ ਹੈਗਾ ਸੀ, ਲਾਲ ਮਿਰਚਾਂ ਦਾ ਹੋਲਸੇਲ ਦਾ। ਉਹ ਛੱਡ ਕੇ ਆਏ ਸੀ ਉੱਧਰ, ਕੁਝ ਲੈ ਕੇ ਨਹੀਂ ਆਏ ਨਾਲ। ਇੱਧਰ ਜਦ ਆ ਗਏ ਤਾਂ ਉਸ ਰਸਤੇ ਵਿੱਚ ਜਿਹੜੇ ਗੁਲਸ਼ਨ ਚਾਚਾ ਜੀ ਸੀ ਸਾਡੇ, ਉਹਨਾਂ ਦਾ ਉੱਥੇ ਮਰਡਰ ਹੋ ਗਿਆ। ਕਿਉਂਕਿ ਉਹ ਦਾਦੀ ਜੀ ਸਾਡੇ ਉੱਤੇ ਆ ਗਏ, ਮਾਰਕਾਟ ਜਿਸ ਤਰ੍ਹਾਂ ਮਚ ਰਹੀ ਸੀ, ਉਹ ਉਹਨਾਂ ਦੇ ਉੱਤੇ ਪੈ ਗਏ, ਤਾਂ ਉਹ ਜਾ ਕੇ ਸਾਡੀ ਦਾਦੀ ਜੀ ਬਚ ਗਈ ਤੇ ਉਹਨਾਂ ਦਾ ਉੱਥੇ ਕਤਲ ਹੋ ਗਿਆ। ਫਿਰ ਉਹਨਾਂ ਨੂੰ ਛੱਡ ਕੇ, ਜਿਸ ਤਰ੍ਹਾਂ ਵੀ ਸਥਿਤੀ ਇਸ ਤਰ੍ਹਾਂ ਸੀ ਕਿ ਨਾਲ ਤਾਂ ਕਿਸੇ ਨੂੰ ਲੈ ਕੇ ਜਾ ਨਹੀਂ ਸਕਦੇ ਸੀ ਜਾਂ ਆਪਣਾ ਸਮਾਨ ਨਹੀਂ ਲਿਆਏ, ਤਾਂ ਇੱਥੇ ਆ ਗਏ। ਆਏ ਗਾਜ਼ੀਆਬਾਦ ਹੀ ਉਤਰੇ, ਦਿੱਲੀ ਉਤਰੇ, ਗਾਜ਼ੀਆਬਾਦ ਆਏ। ਲੰਬੀ ਲੰਬੀ, ਜਿਸ ਤਰ੍ਹਾਂ ਬਾਊ ਜੀ ਸਾਡੇ ਦੱਸਦੇ ਸੀ, ਲੰਬੀ ਲੰਬੀ ਲਾਈਨਾਂ ਲੱਗਦੀ ਸੀ ਕਿ ਭਈ ਨੌਕਰੀ ਚਾਹੀਦੀ ਹੈ ਜਾਂ ਜਗ੍ਹਾ ਚਾਹੀਦੀ ਹੈ, ਕਿਸੇ ਨੂੰ ਜਿਸ ਤਰ੍ਹਾਂ ਪੁੱਛਦੇ ਸੀ। ਤਾਂ ਸਾਡੇ ਬਾਊ ਜੀ ਲਾਈਨ ਹੀ 'ਚ ਹੈਗੇ ਸੀ। ਕਈ ਦਿਨ ਹੋ ਗਏ ਤਾਂ ਉਹਨਾਂ ਦਾ ਨੰਬਰ ਆਇਆ, ਰਜਿਸਟਰ ਜਿਸ ਤਰ੍ਹਾਂ ਪਰਚੀ ਕੱਟ ਲੈਂਦੇ ਸੀ, ਬਈ ਕੌਣ ਆਇਆ, ਕਿਹੜਾ ਪਰਿਵਾਰ ਕਿੱਧਰੋਂ ਆਇਆ ਹੈਗਾ, ਉਹ ਸਾਰਾ ਨੋਟ ਕਰਦੇ ਸੀ। ਤਾਂ ਉਹਨਾਂ ਨੂੰ ਫਿਰ ਸਰਕਾਰੀ ਰੇਲਵੇ ਦੀ ਨੌਕਰੀ ਮਿਲੀ। ਕਿਉਂਕਿ ਇੱਕ ਪਰਿਵਾਰ ਤੋਂ ਇੱਕ ਬੰਦੇ ਨੂੰ ਉਹਨਾਂ ਨੇ ਘਰ ਕੰਮ ਦੇਣਾ ਸੀ, ਤਾਂ ਚਾਚਾ ਜੀ ਨੂੰ ਨਹੀਂ ਮਿਲਿਆ। ਫਿਰ ਸਾਡੀ ਵੱਡੀ ਭੂਆ ਜੀ ਹੈਗੀ ਸੀ, ਜਿੱਧਰ ਉਹਨਾਂ ਦੀ ਸ਼ਾਦੀ ਹੋਈ ਸੀ, ਉਹਨਾਂ ਨੇ ਫਿਰ ਲੁਧਿਆਣੇ ਬੁਲਾ ਲਿਆ ਉਹਨਾਂ ਨੂੰ। ਚਾਚਾ ਜੀ ਸਾਡੇ ਲੁਧਿਆਣੇ ਚਲੇ ਗਏ, ਬਾਊ ਜੀ ਰੇਲਵੇ 'ਚ ਇੱਥੇ ਲੱਗ ਗਏ, ਤਾਂ ਸਾਡਾ ਕੰਮ ਚੱਲਿਆ। ਤੁਸੀਂ ਆਪਣੇ ਵਪਾਰ ਵਿੱਚ ਜਾਂ ਆਪਣੇ ਕੰਮਕਾਰ ਵਿੱਚ ਕਿਵੇਂ ਖੜੇ ਹੋਏ? ਬਾਊ ਜੀ ਸਾਡੇ ਰੇਲਵੇ 'ਚ ਹੈਗੇ ਸੀ, ਬੜੀ ਮਿਹਨਤਾਂ ਕੀਤੀਆਂ ਉਹਨਾਂ ਨੇ। 8 ਬੱਚੇ ਅਸੀਂ ਹੈਗੇ ਸੀ, ਮੁਸ਼ਕਿਲਾਂ ਵੀ ਆਈਆਂ, ਲੇਕਿਨ ਰੇਲਵੇ ਦੇ ਬੰਦੇ ਨੂੰ ਸਹੂਲਤਾਂ ਇੰਨੀ ਮਿਲ ਜਾਂਦੀ ਹੈਗੀ ਕਿ ਉਹ ਪਰਿਵਾਰ ਆਰਾਮ ਨਾਲ ਚਲਾ ਲੈਂਦਾ ਹੈਗਾ। ਤਾਂ ਉਹ 8 ਬੱਚੇ ਸੀ, ਰੇਲਵੇ ਦੀ ਨੌਕਰੀ, ਸੰਘਰਸ਼ ਵਿਰਾਜਮਾਨ ਸੀ ਬਿਲਕੁਲ ਪੂਰੀ ਤਰ੍ਹਾਂ। ਲੇਕਿਨ ਮਾਲਕ ਦਾ ਸ਼ੁਕਰ ਤੇ ਸਾਡੇ ਪਿਤਾ ਸ਼੍ਰੀ ਦੀ ਮਿਹਨਤ, ਉਹਨਾਂ ਨੇ ਸਾਰੇ ਬੱਚਿਆਂ ਨੂੰ ਸਟੈਂਡ ਕੀਤਾ ਆਪਣੀ ਉਸੀ ਨੌਕਰੀ ਦੇ ਨਾਲ, ਔਰ ਉਹਨਾਂ ਨੂੰ ਇਹ ਵੀ ਮੋਟੀਵੇਟ ਕੀਤਾ ਕਿ ਤੁਸੀਂ ਕੰਮ ਵੀ ਕਰਦੇ ਰਹੋ ਨਾਲ ਨਾਲ। ਕਿਉਂਕਿ ਪੰਜਾਬੀਆਂ ਦੀ ਤਾਂ ਇਹ ਆਦਤ ਹੈ, ਕੰਮ ਕੋਈ ਵੀ ਹੋਏ, ਕੋਈ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈਗਾ, ਮਿਹਨਤ ਕਰੋ, ਸਫਲਤਾ ਪਾਓ। ਤਾਂ ਉਸ ਸਫਲਤਾ ਦੀ ਕਹਾਣੀ ਇਸ ਤਰ੍ਹਾਂ ਹੋਈ ਕਿ ਸਾਨੂੰ ਸਾਰਿਆਂ ਨੂੰ ਮਿਹਨਤ ਦੀ ਆਦਤ ਪੈ ਗਈ। ਸਾਡੇ ਭਰਾ ਸਾਡੇ ਬੜੇ ਮਿਹਨਤੀ ਨੇ ਅੱਜ ਵੀ, ਇਸ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਕਿ ਅਸੀਂ ਵਕਾਲਤ ਵਿੱਚ ਆ ਗਏ। 38 ਈਅਰਸ ਹੋ ਗਏ, 38 ਸਾਲ ਹੋ ਗਏ ਮੈਨੂੰ ਵਕਾਲਤ ਕਰਦੇ ਹੋਏ ਗਾਜ਼ੀਆਬਾਦ ਸ਼ਹਿਰ ਵਿੱਚ। ਜਿਹੜੇ ਤੁਹਾਡੇ 7-8 ਭੈਣ ਭਰਾ ਤੁਸੀਂ ਹੈਗੇ ਹੋ, ਪੂਰੇ ਪਰਿਵਾਰ ਦੇ ਵਿੱਚ ਇਸ ਲਈ ਕਿੰਨੇ ਬੰਦੇ ਤੁਸੀਂ ਹੈਗੇ ਹੋ? ਮੇਰੇ ਤੋਂ 2 ਵੱਡੇ
ਭਰਾ ਹੈਗੇ ਮੇਰੇ, ਇੱਕ ਛੋਟਾ ਹੈਗਾ। ਸਭ ਤੋਂ ਵੱਡੇ ਸੀ ਉਹ ਟਾਟਾ ਆਇਲ ਮਿਲਸ ਟੋਮਕੋ ਜਿਹਨੂੰ ਕਹਿੰਦੇ ਸੀ, ਉਹਦੇ 'ਚ ਹੈਗੇ ਸੀ। ਬਾਅਦ ਵਿੱਚ ਜਦੋਂ ਬੰਦ ਹੋ ਗਈ ਤਾਂ ਉਹਨਾਂ ਨੇ ਆਪਣਾ ਵਪਾਰ ਕਰ ਲਿਆ। ਉਹਨਾਂ ਨੇ ਵਿਜੇਨਗਰ ਗਾਜ਼ੀਆਬਾਦ ਵਿੱਚ ਆਪਣਾ ਵਪਾਰ ਕੀਤਾ, ਬੜੇ ਸਫਲ ਰਹੇ ਵਪਾਰ ਵਿੱਚ। 2 ਸਾਲ ਪਹਿਲੇ ਉਹਨਾਂ ਦੀ ਡੈਥ ਹੋਈ ਹੈ। ਉਸ ਤੋਂ ਛੋਟੇ ਮੇਰੇ ਬ੍ਰਦਰ ਹੈਗੇ, ਉਹ ਟਰਾਂਸਪੋਰਟ ਦਾ ਕੰਮ ਹੈ, ਨਵੀਂ ਮਾਰਕੀਟ ਉਹਨਾਂ ਦਾ ਆਫਿਸ ਹੈ, ਬੜਾ ਅੱਛਾ ਕੰਮ ਹੈ, ਕੋਈ ਦਿੱਕਤ ਨਹੀਂ ਹੈ। ਛੋਟਾ ਹੈਗਾ ਉਹ ਵੀ ਐਡਵੋਕੇਟ ਹੋ ਗਿਆ, ਲੇਕਿਨ ਉਹ ਪੰਜਾਬ ਚਲਾ ਗਿਆ ਇੱਧਰੋਂ। ਸਿਸਟਰ ਸਾਡੀ ਸਭ ਤੋਂ ਵੱਡੀ ਸੀ, ਉਹਨਾਂ ਦੀ ਵੀ ਡੈਥ ਅੱਜ ਤੋਂ 8-10 ਸਾਲ ਪਹਿਲੇ ਹੋ ਗਈ। ਉਸ ਤੋਂ ਛੋਟੀ ਬਾਲ ਭਾਰਤੀ ਸਕੂਲ ਵਿੱਚ ਪ੍ਰਿੰਸੀਪਲ ਰਹੀ ਹੈ, ਵਾइस ਪ੍ਰਿੰਸੀਪਲ ਰਹੀ ਹੈਗੀ, ਅੱਜ ਉਹ ਰਿਟਾਇਰ ਹੋ ਗਈ ਹੈ। ਉਸ ਤੋਂ ਛੋਟੀ ਹੈ ਉਹ ਆਪਣੇ ਹਾਊਸ ਵਾਈਫ ਹੈ ਘਰ ਵਿੱਚ, ਠੀਕ ਹੈ। ਸਭ ਤੋਂ ਛੋਟੀ ਹੈਗੀ ਉਹ ਵੀ ਲੁਧਿਆਣਾ ਹੈਗੀ, ਜਗਰਾਓਂ, ਉਹਦਾ ਅੱਛਾ ਕਾਰੋਬਾਰ ਹੈ ਔਰ US ਦਾ ਗ੍ਰੀਨ ਕਾਰਡ ਵੀ ਹੈ ਉਹਨਾਂ ਦੇ ਕੋਲ। ਤਾਂ ਆਰਾਮ ਨਾਲ ਸਭ ਦੀ ਵਧੀਆ ਚੱਲ ਰਹੀ ਹੈਗੀ, ਮਾਲਕ ਦਾ ਸ਼ੁਕਰ ਹੈ, ਕੋਈ ਦਿੱਕਤ ਨਹੀਂ ਹੈਗੀ। ਤੁਹਾਡੇ ਪਰਿਵਾਰ ਵਿੱਚ, ਆਪਣੇ ਵਿਅਕਤੀਗਤ ਪਰਿਵਾਰ ਵਿੱਚ ਕਿੰਨੇ ਜਣੇ ਹੈ? ਮੈਂ ਹੈਗਾ, ਮੇਰਾ ਬੇਟਾ ਹੈ ਉਹ ਵੀ ਐਡਵੋਕੇਟ ਹੈ, ਸਮੀਰ ਬਤਰਾ, ਔਰ ਉਸ ਤੋਂ ਛੋਟੀ ਜਿਹੜੀ ਕੁੜੀ ਹੈਗੀ ਉਹਦਾ ਵਿਆਹ ਹੋ ਗਿਆ। ਇੱਕ ਹੋਰ ਛੋਟੀ ਹੈਗੀ, ਉਹ ਵੀ ਹੋ ਜਾਏਗਾ। ਅਸੀਂ 4 ਬੰਦੇ ਨਾਲ ਹੁਣ ਤਾਂ ਬੇਟੇ ਦੀ ਵੀ ਸ਼ਾਦੀ ਹੋ ਗਈ, ਪੋਤੇ ਪੋਤੀ ਵੀ ਹੋ ਗਏ, ਉਹ ਵੀ ਬੜੇ ਆਰਾਮ ਨਾਲ ਸਕੂਨ ਨਾਲ ਅਸੀਂ ਹੈਗੇ। ਕੱਲ੍ਹ ਬੰਸੀ ਲਾਲ ਜੀ, ਮੈਂ ਇੱਕ ਜਗ੍ਹਾ ਬੈਠਾ ਸੀ, ਇੱਕ ਸੱਜਣ ਕਹਿਣ ਲੱਗੇ ਕਿ ਮੇਰੇ ਇਸ ਪੰਜਾਬੀ ਚੈਨਲ ਦੇ ਬਾਰੇ 'ਚ ਹੀ ਹਾਂਜੀ। ਕਹਿਣ ਲੱਗੇ ਤੁਸੀਂ ਅੱਜ ਤੱਕ ਜਿਨ੍ਹਾਂ ਦਾ ਵੀ ਇੰਟਰਵਿਊ ਲਿਆ, ਹਰ ਬੰਦਾ ਪਾਕਿਸਤਾਨੋਂ ਜਿਹੜਾ ਆਇਆ ਵੇ ਉਹ ਉੱਥੇ ਤਾਂ ਬੜੇ ਆਰਾਮ ਨਾਲ ਸੀ। ਹਾਂਜੀ। ਕੋਈ ਕਹਿੰਦਾ ਜੀ ਸਾਡੀ ਚੰਗੀ ਵਾਲੀ ਖੇਤੀ ਸੀ, ਕੋਈ ਕਹਿੰਦਾ ਜੀ ਅਸੀਂ ਸਾਡਾ ਕਪਾਹ ਦਾ ਬਿਜ਼ਨਸ ਸੀ, ਕੋਈ ਕਹਿ ਰਿਹਾ ਜੀ ਸਾਡਾ ਕੋਈ ਬਿਜ਼ਨਸ ਸੀ। ਇੱਥੇ ਸਾਰੇ ਭੁੱਖੇ ਨੰਗੇ ਨੇ। ਦੇਖੋ ਕੋਈ ਵੀ ਵਿਸਥਾਪਨ ਜਦ ਹੁੰਦਾ ਹੈ ਨਾ, ਕੋਈ ਇਧਰੋਂ ਤੋਂ ਉਧਰ ਜਾਏਗਾ, ਤਰਾਸਦੀ 'ਚ ਕੋਈ ਚੀਜ਼ ਆਰਾਮ ਨਾਲ ਟ੍ਰਾਂਸਫਰ ਹੋ ਰਹੀ ਹੈ, ਉਹਦੇ 'ਚ ਤਾਂ ਬੰਦਾ ਕੁਝ ਵੀ ਲੈ ਕੇ ਚਲੇਗਾ। ਜਦ ਤੁਹਾਨੂੰ ਆਪਣੀ ਜਾਨ ਦੀ ਪਈ ਹੈਗੀ ਤਾਂ ਕੀ ਚੱਕ ਕੇ ਲਿਆਵਾਂਗੇ ਉਧਰੋਂ, ਕੁਝ ਨਹੀਂ। ਇੰਦਰ ਕੁਮਾਰ ਗੁਜਰਾਲ ਜੀ ਵੀ ਨਈ ਦਿੱਲੀ ਰੇਲਵੇ ਸਟੇਸ਼ਨ ਤੇ ਸੋਏ ਸੀ, ਉਹ ਵੀ ਕੁਝ ਨਹੀਂ ਲਿਆਏ ਸੀ, ਪ੍ਰਧਾਨ ਮੰਤਰੀ ਰਹੇ ਹੋ। ਹੋਰ ਬਹੁਤ ਸਾਡੇ ਆਉਣ ਵਾਲੇ ਜਿਹੜੇ ਉਧਰੋਂ ਪਾਕਿਸਤਾਨ, ਅਸੀਂ ਕਹਿੰਦੇ ਜ਼ਰੂਰ ਹਾਂ ਹੈਗਾ ਤਾਂ ਹਿੰਦੁਸਤਾਨ ਹੀ ਸੀ, ਪਾਕਿਸਤਾਨ ਤਾਂ ਇੱਕ ਦਿਨ ਪਹਿਲੇ ਹੀ ਤਾਂ ਬਣਿਆ ਸੀ। ਵੈਸੇ ਤਾਂ ਹਿੰਦੁਸਤਾਨ ਤੋਂ ਹਿੰਦੁਸਤਾਨ ਹੀ ਆਏ ਅਸੀਂ, ਲੇਕਿਨ ਉਸ ਜਗ੍ਹਾ ਤੋਂ ਛੱਡ ਕੇ ਆਏ। ਔਰ ਲਿਆਉਣ ਵਾਲੀ ਕੋਈ ਗੱਲ ਕਿਸੇ ਦੇ ਨਾਲ ਬਣੀ ਹੈਗੀ, ਜਿਹੜਾ ਆਰਾਮ ਨਾਲ ਆ ਗਿਆ, ਛੁਪਾ ਕੇ ਕੁਝ ਲਿਆਇਆ। ਕਿਉਂਕਿ ਜਿਹੜੇ ਪੰਜਾਬੀ ਉੱਧਰ ਵੀ ਹੈਗੇ ਸੀ ਉਹ ਬਹੁਤ ਸક્ષਮ ਹੈਗੇ ਸੀ, ਬੜੀ ਕਿਰਪਾ ਰਹੀ ਉਹਨਾਂ 'ਤੇ ਵੀ, ਕਿਉਂਕਿ ਉਹਨਾਂ ਕਾਰੋਬਾਰ ਸਾਰੇ ਸੰਭਾਲੇ ਹੋਏ ਸੀ ਉਹਨਾਂ ਨੇ ਉੱਧਰ, और सारे अच्छी पोजीशन ही चाहिए सी। लेकिन जब जान ते आ जाए तो पोजीशन की कर दिया, बंदा पहले अपनी जान ਨੂੰ ਵੇਖਦਾ ਹੈਗਾ। ਇਸ ਕਰਕੇ ਮੈਨੂੰ ਨਹੀਂ ਲੱਗਦਾ 1-2% ਲਿਆਏ ਹੋਣ ਉਧਰੋਂ, ਕੁਝ ਤਾਂ ਲਿਆਏ ਹੋਣ, ਬਾਕੀ ਤਾਂ ਖਾਲੀ ਆਏ। ਲੇਕਿਨ ਇੱਧਰ ਮਿਹਨਤਾਂ ਕਰਕੇ ਸਭ ਨੇ ਆਪਣਾ ਬਣਾਇਆ ਹੈਗਾ। ਔਰ ਪੰਜਾਬੀ ਤਾਂ ਜਿੱਥੇ ਹੁੰਦਾ ਸਾਰੇ ਬੰਦੇ ਜਾਣਦੇ यार पंजाबी तुम मेहनती बहुत होते हो। बंसी लाल जी, मैं भी काफ़ी सामाजिक संस्थाओं से जुड़ा रहता हूँ, अपना ये चैनल भी चला रहा हूँ, अपने व्यापारिक प्रतिष्ठान के लिए भी रील आदि इंस्टाग्राम फेसबुक पे डालता रहता हूँ, बनाता रहता हूँ जी। आप थिएटर से कैसे जुड़ गए? देखिए हमारा जो भारत देश है, मुझे लग रहा है बहुत ज़्यादा सांस्कृतिक रूप से एक रिच देश है। खाली सपेरों का देश नहीं है जैसा बाहर लोग जानते थे। आज लोग पहचानते हैं कि भारत क्या है। तो कल्चर तो हमारे रग रग में बसी है। हमारे प्रदेश उत्तर प्रदेश की भी अपनी एक संस्कृति है। लेकिन मेरा रुझान शुरू से गाने, मैं जब भी गाने सुना करता था, जब रेडियो पर आया करते थे और राधू टायर के नाम से उसका ऐड आता था, तो उसमें प्रतियोगिता होती थी कौन से गाने को आप अच्छी सीक्वेंस देंगे। मैं तब से, मेरे ख्याल मेरी एज रही होगी 12-13 साल मुश्किल से, तो मेरे को सुनने का बहुत शौक़ था। जब सुनने ज़्यादा लगा तो कुछ लिखने का भी हुआ, जब लिखने लगा तो कुछ गाने का भी हुआ, और एक्टिंग मेरा विषय रहा है। मैं आपको एक हंसी की बात बता दूं, जब मैं हाई स्कूल में था, आर्या नगर में यहाँ रामलीला हुआ करती थी, पुराने वाले में, रेलवे कॉलोनी की। मैं थोड़ा गोरा चिट्टा था, मूछ मेरी आई नहीं थी, थोड़ा देर हो रही थी, शायद प्रकृति ने देर से दी। तो उनको कहा कि भाई आप एक अच्छे पात्र लग रहे हैं, तो क्यों ना आपको एक रोल दिया जाए। मैंने कहा ठीक है। उन्होंने कहा अच्छा तुम ऐसे करो, साड़ी पहन लो। मैंने क्यों? कह रहे नहीं आप पहन के ऐसी चलो तो सही। हम पहन के चले साड़ी, तो उन्हें बहुत अच्छा लगा। बाद में पता चला मुझे सीता का रोल दे रहे हैं, मेरे गोरेपन से, मेरी बिना मूछ का होने के कारण और मेरी चाल से। तो ये मेरे शुरू से शौक़ रहा। लेकिन हालांकि वो पात्र मैंने नहीं किया, मुझे विभीषण का पात्र मिला, फिर मैंने वो किया बाद में उसी रामलीला में, उसी दौरान जब मैं मुश्किल से हाई स्कूल भी शायद नहीं था, या हाई स्कूल होऊंगा ध्यान नहीं है। तो मेरी रुचि
इसमें हमेशा से रही, गाने में, लिखने में, सुनने में, देखने में। पुराने गाने मुझे आज भी ध्यान है कि सैकड़ों याद होंगे मुझे, सैकड़ों। और अपने हाथ से अपनी डायरी में मैंने पुराने गाने, जो फिल्मी गाने हैं, लगभग 300 से ऊपर अपनी हैंड राइटिंग में लिखे हुए हैं। तो ये एक शौक़ था, एक जज्बा था कि मुझे लिखना भी है। तो लिखने गाने का भी हुआ, तो बहुत सारे मेरे वीडियोस भी आ चुके हैं, मेरी 2 किताबें भी आ चुकी हैं। एक पथिक जो 2010 में आई थी, जीवीजी कृष्णामूर्ति जी ने उसका विमोचन किया था, और 2023 में अभी आई है किस्से कहानी किरदार, जिस पर एक बहुत लंबी सीरीज चली जो 2 वर्षों तक चली, किस्से कहानी किरदार। उसमें बहुत सारी स्टोरीज़ हैं, वो मैंने लिखी है। बंसीलाल जी, जब आप लिखने में, थिएटर में, इन सब चीज़ों में थे, तो खेलों में कहाँ जा घुसे? मैं बैडमिंटन बहुत लंबे समय से खेल रहा हूँ। हालांकि इंटर तक मेरे को नहीं मालूम था कि मुझे क्या खेलना है, लेकिन जैसे जैसे समझ डेवलप हुई, विकसित हुई, बाहर निकले, तो देखा कि भाई खेल भी बहुत ज़रूरी है जीवन के लिए। तो मैंने बैडमिंटन शुरू किया। ग्रेजुएशन में आते आते मैंने चेस खेलना शुरू किया। चेस में मैं यूनिवर्सिटी तक गया, और बैडमिंटन में मैं कॉलेज में ही हारता रहा, लेकिन जीतता बहुत कम रहा। उसके बाद मैंने इसे बनाए रखा। हमने गाज़ियाबाद के हर जगह खेला हुआ, जहाँ तक मुझे याद है, बैडमिंटन। उसके बाद जब मैं थोड़ा सा और विकसित हुआ, अपने आप को संभालने लगा, परिवार संभल गया, तो मुझे लगा समाज के लिए भी कुछ करना चाहिए। तो उसी कड़ी में मैंने फिर देखा कि जो सरकारी स्कूल हैं और जो प्राइवेट स्कूल हैं, ज़मीन आसमान का अंतर है। हमारे बच्चे प्राइवेट स्कूल में पढ़ने के बाद बहुत अच्छा उनका विकास होता है। तो ये मन में आया, इनका क्यों नहीं हो सकता। तो आज से लगभग 23 साल पहले हमारे यहाँ एक सांस्कृतिक कार्यक्रम हुआ, और उस कार्यक्रम में मैंने एक गीत गाया जिस पर मुझे कम से कम 1100-1200 रुपये उस समय, जैसे लोग खुश होकर दे देते हैं आशीर्वाद के रूप में, वो मुझे मिले। तो मैंने कहा मुझे नहीं रखने चाहिए, सक्षम हूँ। तो जो बच्चे उस कार्यक्रम में मेरे साथ थे, जो बहुत सारी उन्होंने प्रस्तुतियाँ दी थी, तो मैंने कुछ गिफ्ट लेके उन पैसे से अगले दिन 16 अगस्त को उनके सबके यहाँ दे दिया। उन बच्चों में वो खुशी मुझे दिखाई नहीं दी। वो महसूस तब हुआ जब उसके थोड़े दिन बाद मैं बोंजा, हमारे पास पड़ता है, वहाँ से गुजर रहा था एक सरकारी स्कूल में। वहाँ भैंस वगैरह वहाँ और कटड़े उन्होंने बांध रखे थे स्कूल के प्रांगण में। तो मैं वहाँ से गुजरा, मैंने कहा स्कूल के अंदर ये कैसे चल रहा है। मैंने कभी ध्यान ही नहीं दिया। हालांकि 4-5 साल हो गए थे हमें वहाँ रहते हुए। खैर कोई बात नहीं। जब स्कूल खुला, मैंने मैम से बात की, तो उन्होंने बताया कि ये सामने वालों की हैं और ये मानते नहीं है, ऐसे ही मानते हैं। तो ऐसे जाते जाते फिर मैंने देखा बच्चे बड़े खुश होते हैं जब मैं जाता हूँ। तो मैं पेंसिल और रबड़, ऐसी बस 2 चीज़ें छोटी छोटी, जिस दिन मैं गया उस दिन मैंने उनको डिस्ट्रीब्यूट की। तो उनकी जो आँखों में चमक, उनकी जो खुशी, उनकी जो मुस्कुराहट मुझे दिखाई दी, वो उन बच्चों से कहीं ज़्यादा थी। तो बस वहाँ से एक मेरा सिलसिला शुरू हुआ जो आज तक जारी है। This program is powered by Mixin. Dream it, live it. Safab, crafting your dreams. बंसीलाल जी, हाँ जी। जिते तक मेरा नॉलेज ਦੇ ਅਨੁਸਾਰ ਤੁਸੀਂ ਰਾਜਨੀਤਿਕ ਖੇਤਰ 'ਚ ਵੀ ਪਕੜ ਰੱਖਦੇ ਹੋ, ਔਰ ਤੁਸੀਂ ਮੇਅਰ ਦੇ ਚੁਣਾਵ ਲੜਨ ਦੀ ਵੀ ਤਿਆਰੀ ਕੀਤੀ ਸੀ। ਅਤੁਲ ਗਰਗ ਜੀ ਨੇ ਅਸਤੀਫਾ ਦਿੱਤਾ ਹੈ ਵਿਧਾਇਕ ਕਾਲ ਤੋਂ, ਤੇ ਤੁਸੀਂ ਪੰਜਾਬੀਆਂ ਨੂੰ ਗਾਜ਼ੀਆਬਾਦ ਦੇ, ਜਿਹੜੀ ਗਾਜ਼ੀਆਬਾਦ ਵਿਧਾਨ ਸਭਾ 56 ਸੀਟ ਹੈ, ਇਸ ਜਗ੍ਹਾ ਤੇ ਪੰਜਾਬੀਆਂ ਨੂੰ ਕਿਸ हैसियत से ਸਮਝਦੇ ਹੋ? ਰਾਜਨੀਤਿਕ ਅਗਰ ਅਸੀਂ ਦ੍ਰਿਸ਼ਟੀਕੋਣ ਵੇਖੀਏ ਤਾਂ ਪੰਜਾਬੀਆਂ ਨੂੰ ਕੋਈ ਨੁਮਾਇੰਦਗੀ ਇੱਥੇ ਮਿਲੀ ਨਹੀਂ ਹੈਗੀ। ਇਸ ਕਰਕੇ ਨਹੀਂ ਮਿਲਦੀ, ਪੰਜਾਬੀ ਆਪਣੀ ਮਿਹਨਤ ਵਿੱਚ ਵਿਸ਼ਵਾਸ ਕਰਦੇ ਕਰਦੇ ਕੰਮਾਂ ਵਿੱਚ ਇੰਨੇ ਵਿਅਸਤ ਹੋ ਜਾਂਦੇ ਹੈਗੇ, ਇੰਨੇ ਹੋ ਜਾਂਦੇ ਹੈਗੇ, ਉਹਨਾਂ ਨੂੰ ਇਹ ਲੱਗਦਾ ਹੈ ਕੋਈ ਨਹੀਂ, ਕੋਈ ਬਣ ਜਾਏ, ਸਾਡੇ ਵਾਸਤੇ ਸਾਰੇ ਬਰਾਬਰ ਹੈ, ਪਹਿਲੀ ਗੱਲ। ਔਰ ਪੰਜਾਬੀਆਂ ਨੂੰ, ਮੈਨੂੰ ਨਹੀਂ ਲੱਗਦਾ ਗਾਜ਼ੀਆਬਾਦ ਵਿੱਚ ਕੋਈ ਇਹ ਸਮਝ ਕੇ ਕਹੇ ਯਾਰ ਅਬਕੀ ਬਾਰ ਪੰਜਾਬੀ ਹੋਣਾ ਚਾਹੀਏ, ਕੋਈ ਸੋਚਦਾ ਹੀ ਨਹੀਂ ਹੈ। ਕਿਉਂਕਿ ਅਸੀਂ ਕਹਿੰਦੇ ਵੀ ਨਹੀਂ ਹਾਂ, ਅਸੀਂ ਆਪਣੇ ਕੰਮਾਂ ਵਿੱਚ, ਆਪਣੇ ਵਪਾਰ ਵਿੱਚ ਵਿਅਸਤ ਰਹਿ ਕੇ ਅਸੀਂ ਕਹਿ ਨਹੀਂ ਸਕਦੇ। ਲੇਕਿਨ ਜਦ ਜ਼ਿਆਦਾ ਕੁਝ ਹੋਣ ਲੱਗੇ ਨਕਾਰਾਤਮਕ ਜਾਂ ਨੈਗੇਟਿਵ, ਤਾਂ ਬੰਦੇ ਨੂੰ ਲੱਗਦਾ ਹੈ ਕਿ ਯਾਰ ਕੁਝ ਹੋਣਾ ਚਾਹੀਏ। ਤਾਂ ਉਸ ਹੋਣੇ ਚਾਹੀਏ ਸਾਨੂੰ ਵੀ ਨੁਮਾਇੰਦਗੀ ਚਾਹੀਏ, ਇਹ ਗੱਲ ਪੱਕੀ ਬਣਦੀ ਹੈ। ਪੰਜਾਬੀਆਂ ਨੇ ਮੀਟਿੰਗਾਂ ਬੁਲਾਈਆਂ ਨੇ, ਕੋਈ ਮੀਟਿੰਗ ਬਜਰੀਆ 'ਚ ਹੋਈ, ਕੋਈ ਮੀਟਿੰਗ ਵਿਜੇ ਨਗਰ ਹੋਈ ਹੈ, 20-20, 25-25 ਪੰਜਾਬੀ ਉੱਥੇ ਪਹੁੰਚਦੇ ਨੇ। ਮੇਰਾ ਸਵਾਲ ਇਹ ਹੈ ਕਿ ਯਦि बीजेपी या कोई होर राजनीतिक दल यदि किसी पंजाबी ਨੂੰ ਹੀ ਟਿਕਟ ਦੇ ਦਿੰਦੇ ਨੇ, ਕਿ क्या पंजाबी एक मुट्ठी 'ਚ ਬੰਦ ਹੋ ਕੇ ਉਹਨੂੰ ਵੋਟ ਦੇਗਾ? नहीं, मैंने लगता है क्योंकि ये मौका बड़े लंबे अंतराल के बाद मिलेगा, बड़े लंबे टाइम के बाद मिलेगा,
ਇਸ ਕਰਕੇ ਪੰਜਾਬੀ ਨਿਸ਼ਚਿਤ ਰੂਪ ਨਾਲ ਅਗਰ ਕੋਈ ਉਹਦਾ ਵਿਅਕਤੀਗਤ ਕੋਈ ਹੋਰ ਮੈਟਰ ਨਾ ਹੋਏ ਤਾਂ ਵੋਟ ਕਰੇਗਾ। ਪੰਜਾਬੀ ਬੀਜੇਪੀ ਤੋਂ ਹੀ ਲੜੇ ਜਾਂ ਕਿਸੇ ਵੀ ਰਾਜਨੀਤਿਕ ਦਲ ਨਾਲ ਲੜ ਪਵੇ? ਹਵਾ ਦਾ ਰੁਖ ਜਿਹੜਾ ਹੈਗਾ ਉਹ ਇਹ ਕਹਿੰਦਾ ਹੈ ਕਿ ਜੋ ਸਰਕਾਰ ਅਭੀ ਹੈ वही तो रहनी है, तो वो ये कहता है कि यार इस सरकार से मिले, इसी पार्टी से मिले तो ज़्यादा अच्छा है। तो मेरा ये कहना है कि अगर जिस तरह कहना प्रायोरिटीज़ होंगी हैगी, प्रमुखता होंगी हैगी, प्रमुखता यही है कि अगर भाई रूलिंग पार्टी दे तो ज़्यादा अच्छी गल है। उन्होंने भी चाहिए कि हाँ भाई जिहड़ी नुमाइंदगी अज तक नहीं हुई वो होनी चाहिए है, उन्होंने भी सोचना भी चाहिए और करना भी चाहिए है। इस करके पंजाबी निश्चित रूप नाल जड़ी वोट है और बीजेपी की स्थिति मजबूत करेगा। अगर नहीं देंदी है तो मैनू तो आह्वान भी करांगा इधरों तुहाडे मार्फत चैनल की मार्फत कि जिहड़ी साडी अगर एक गल बनती है और बनानी चाहिए है सानू कि सानू पंजाबियां नू वोट नुमाइंदगी निश्चित चाहिए हैगी। तुसी दिओ या ਉਹ ਦੇਣ। मैं एक गल ਦੇ ਵਿੱਚ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ ਕਿ ਵੀ ਇਹ ਦੇ ਉਹ ਦੇ ਜਾਂ ਉਹ ਦੇ। ਮੈਂ ਜਿਤਨੇ ਇੰਟਰਵਿਊ ਇੱਥੇ ਆਪਣੇ ਚੈਨਲ ਤੇ ਲਏ ਨੇ ਹਰ ਪੰਜਾਬੀ ਨੇ ਮੈਨੂੰ ਕਿਹਾ ਹੈ ਕਿ ਜੀ ਅਸੀਂ ਜਿਸਲੇ ਪਾਕਿਸਤਾਨੋਂ ਚੱਲੇ ਆ ਤੇ ਸਾਨੂੰ ਹਿਫਾਜ਼ਤ ਨਾਲ RSS ਵਾਲਿਆਂ ਨੇ ਸਾਡੀ ਮਦਦ ਕੀਤੀ ਹੈ ਔਰ ਅਸੀਂ ਉਹਨਾਂ ਦਾ ਅਹਿਸਾਨ ਮੰਨਦੇ ਆ। ਇਸ ਕਰਕੇ ਅਸੀਂ ਅੱਜ ਤੱਕ ਭਾਜਪਾ ਨਾਲ ਜੁੜੇ ਹੋਏ ਆ। ਮੈਨੂੰ ਤਾਂ ਇੱਥੇ ਇੱਕ ਬੰਦੇ ਨੇ ਕਿਹਾ ਜੀ ਅਸੀਂ ਪਿਓਰਲੀ ਭਗਵਾ ਹੈਗੇ ਆ, ਹਿੰਦੂ ਵਾਸਤੇ ਵੋਟ ਦੇਣੀ ਹੈ ਜਾਂ BJP ਦਾ ਨੇ ਜਿਹਨੂੰ ਟਿਕਟ ਦੇਤੀ ਅਸੀਂ ਤਾਂ ਉਹਨੂੰ ਵੋਟ ਦੇਣੀ ਹੈ ਕਿਉਂਕਿ ਸਾਡੀ ਜਾਨ RSS ਵਾਲਿਆਂ ਨੇ ਬਚਾਈ ਹੈ। क्या ਤੁਸੀਂ ਇਸ ਗੱਲ ਨਾਲ ਸਹਿਮਤ ਹੈਗੇ ਹੋ? नहीं ਤੁਹਾਡੀ ਗੱਲ ਬਿਲਕੁਲ ਠੀਕ ਹੈ। RSS ਨੇ ਬਚਾਈ ਕਿਉਂਕਿ RSS ਇੱਕ ਦੇਸ਼ ਵਿਆਪੀ ਤੇ ਦੇਸ਼ ਦੀ ਸੋਚਣ ਵਾਲਾ ਇੱਕ ਸੰਗਠਨ ਹੈਗਾ। ਇਸ ਅਸੀਂ ਸਾਰੇ ਹੀ ਮੰਨਦੇ ਹਾਂ। ਉਹਨਾਂ ਨੇ ਮਦਦ ਕੀਤੀ, ਸਾਨੂੰ ਸੁਦ੍ਰਿੜ ਕੀਤਾ, ਸਾਨੂੰ ਖੜਾ ਕੀਤਾ, ਹਰ ਟਾਈਮ ਸਾਡੇ ਨਾਲ ਰਹੇ। ਇਹ ਵੀ ਗੱਲ ਕੋਈ ਲੇਕਿਨ ਇਹਦੇ ਨਾਲ ਨਾਲ ਇਹ ਵੀ ਸੋਚੋ ਨਾ ਪੰਜਾਬੀਆਂ ਨੇ ਕਦੀ BJP ਤੋਂ ਵਿਮੁਖ ਨਹੀਂ ਹੋਏ। ਕਿੰਨੀ ਪਰਿਸਥਿਤੀਆਂ ਕਿਸ ਤਰ੍ਹਾਂ ਵੀ ਆਈ ਉਹਨਾਂ ਨੂੰ ਪ੍ਰਮੁੱਖ ਪਾਰਟੀ ਅੱਛੀ ਪਾਰਟੀ BJP ਨੂੰ ਮੰਨਿਆ। तो BJP ਨੂੰ ਵੀ ਚਾਹੀਦਾ ਨਾ ਕਿ ਹੁਣ ਇਹਨਾਂ ਦੀ ਵੀ ਨੁਮਾਇੰਦਗੀ ਹੋਣੀ ਚਾਹੀਦੀ ਹੈ। ਫਸਟ ਪ੍ਰੈਫਰੈਂਸ ਤਾਂ ਮੈਂ ਇਹੀ ਕਿਹਾ ਨਾ ਇਹਨਾਂ ਦੀ ਤਰਫੋਂ ਇਹ ਆਉਣਾ ਚਾਹੀਦਾ ਭਈ ਤੁਸੀਂ ਸਾਡੇ ਨਾਲ ਇੰਨੇ ਸਾਲ ਤੋਂ ਹੈਗੇ, ਦੂਸਰਿਆਂ ਦੀ ਸੇਵਾ ਕਰਨਾ ਚਾਹੁੰਦੇ ਆ, ਸਮਾਜ ਦੀ ਅਗਰ ਕੋਈ ਨੁਮਾਇੰਦਗੀ ਕਰਨਾ ਚਾਹੁੰਦੇ ਆ ਤਾਂ ਸਾਨੂੰ ਪ੍ਰਮੁਖਤਾ, ਸਾਨੂੰ ਸੀਟ, ਸਾਨੂੰ ਟਿਕਟ ਮਿਲਣੀ ਚਾਹੀਦੀ ਹੈ। ਪਿਛਲੇ ਦਿਨਾਂ 'ਚ ਗਾਜ਼ੀਆਬਾਦ ਦੇ ਇੱਕ ਦੈਨਿਕ ਪੇਪਰ ਨੇ ਇਹ ਛਾਪਿਆ ਸੀ ਕਿ ਜੀ ਜਿਹੜੀ ਗਾਜ਼ੀਆਬਾਦ ਵਿਧਾਨ ਸਭਾ ਸੀਟ ਹੈ ਸ਼ਹਿਰ ਦੀ ਉੱਥੇ ਪੰਜਾਬੀ ਤਾਂ ਹੈਗੇ ਨੇ ਕੁੱਲ 11,000 ਅਤੇ ਤੁਸੀਂ ਟਿਕਟ ਮੰਗਦੇ ਹੋ MLA ਦੀ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਉਹ ਉਹਨਾਂ ਦੀ ਇਮੈਚੋਰਟੀ ਕਵਾਂਗਾ। 11,000 ਤਾਂ ਮੈਂ ਕਹਿੰਦਾ ਉਹ ਕਵੀ ਨਗਰ ਵਿੱਚ ਘੁਸ ਜਾਣ। ਨਹੀਂ ਕਵੀ ਨਗਰ ਤਾਂ ਮੁਰਾਦ ਨਗਰ ਵਿਧਾਨ ਸਭਾ ਹੋ ਗਈ। ਮੈਂ ਕਹਿ ਰਿਹਾ ਕੋਈ ਵੀ ਇਲਾਕਾ ਗਾਜ਼ੀਆਬਾਦ ਵਿਧਾਨ ਕੋਈ ਸਭਾ ਇਲਾਕਾ ਕੱਢ ਲੈਣ, ਪਟੇਲ ਨਗਰ ਕੱਢ ਲੈਣ, ਗਾਂਧੀ ਨਗਰ ਕੱਢ ਲੈਣ, ਨਹਿਰੂ ਨਗਰ ਕੱਢ ਲੈਣ, ਤਿੰਨੋਂ ਨਹਿਰੂ ਨਗਰ ਮਿਲਾ ਲੈਣ, ਪਤਾ ਚੱਲ ਜਾਏਗਾ ਉਹਨਾਂ ਨੂੰ ਕਿੰਨੇ ਹੈਗੇ। ਉਹ ਉਹਨਾਂ ਦੀ ਅਪਰਿਪੱਕਤਾ ਇਮੈਚੋਰਟੀ ਹੈ, ਨਾਸਮਝੀ ਹੈ ਉਸ ਪੇਪਰ ਦੀ ਜਾਂ ਉਸ ਪੱਤਰਕਾਰ ਦੀ ਜਿਹਨੇ ਜੋ ਵੀ ਰਿਪੋਰਟਿੰਗ ਕੀਤੀ 11,000 ਦੀ। 11,000 ਤੋਂ ਤਾਂ ਮੇਰੇ ਖਿਆਲ ਹੈ ਕਿੰਨੀ ਗੁਣਾ ਬੈਠੇਗੀ ਉਹ ਹਿਸਾਬ ਹੀ ਨਹੀਂ ਹੈ। ਜਿਹੜੀ ਹੈ ਇਹ ਸਰਵੇ BJP ਨੇ ਕਰਾਇਆ ਹੈ। ਉਸ ਅਖਬਾਰ ਦੇ ਵਿੱਚ ਲਿਖਿਆ ਹੈ ਕਿ ਭਾਜਪਾ ਨੇ ਸਰਵੇ ਕਰਾਇਆ ਕਿ ਜੀ 11,000 ਵੋਟ ਹੈ ਗਾਜ਼ੀਆਬਾਦ ਵਿਧਾਨ ਸਭਾ 'ਚ ਪੰਜਾਬੀਆਂ ਦੀ। इसी करके तो मैं क्या अगर BJP नहीं वोट देंदी तो ओ पार्टी दे या ए पार्टी दे, क्योंकि उन्होंने समझ आ जाएगा कि 11,000 ही है सी या 1,11,000 सी या 2,11,000 सी। मैं बंसीलाल जी आपको एक बात याद कराना चाह रहा हूँ जी। बालेश्वर त्यागी जी जो उनसा चुनाव हारे थे उस चुनाव से पूर्व वैश्य समाज ने एक व्यापारी सम्मेलन किया जिसमें माननीय राजनाथ सिंह जी को बुलाया गया और मंच पर जितने व्यापारी बोले उन्होंने सब ने ये कहा कि भाई वैश्य समाज के को प्रत्याशी बनाया जाना चाहिए और ये गाज़ियाबाद की विधानसभा सीट वैश्य है। उसका नतीजा ये निकला कि गाज़ियाबाद विधानसभा से बालेश्वर त्यागी पूर्व में 1.5 लाख वोटों से जीते हुए थे, 4,000 वोट से हारे और हारे किससे? सुरेंद्र प्रकाश गोयल से। वैश्य समाज को भाजपा का एक कोर वोटर कहा जाता है जैसे पंजाबी कोर वोटर है और उन्होंने एक तरफा सुरेंद्र गोयल को वोट दिया। क्या पंजाबी समाज भी इस तरीके से एक तरफा अपने समाज को वोट देगा यदि वो कांग्रेस या सपा या बसपा या कहीं से दूसरी अन्य पार्टी से आ जाए? तो ये जब मशाल चली तो ये अलग अलग इलाकों से होती हुई आई, तब ये ज्वाला बनती जा रही है जिसकी धमक आ तो रही है
उसकी तपन को अभी लोग महसूस नहीं कर रहे। जो ये ज्वाला आई है, चल रही है, जो मुझे लगता है अभी इन्हें और हमें आग थोड़ी सी भड़कानी होगी। अपने जो समाज है इसको ये आप उसका नेतृत्व कर सकते हैं और करते ही हैं आप, तो कि वो ये ऐसी ही स्थिति बना दे जो बालेश्वर जी के समय में हुई थी और बनेगी। आप देखना, इतनी जागृति पहले नहीं थी, इतनी मीटिंग्स पहले नहीं हो रही थी, अब हो रही है। भले ही मैं कह रहा हूँ, वो भी कह रहा है मेरे को मिल जाए, वो भी कह रहा है मेरे को मिल जाए, ये भी कह रहा है मेरे को मिल जाए। जब एक किसी पंजाबी को मिल जाएगी टिकट हमारे प्रमुख दल से, तो निश्चित रूप से सब उसके साथ होंगे और विजय भी मिलेगी, ये भी तय बात है। मैं आपसे जानना चाहूँगा, जो मैं ये हम पंजाबी चैनल में चला रहा हूँ जी, इसके विषय में आप क्या सोचते हैं? मुझे तो बहुत अच्छा लगा कि कोई हम पंजाबी कहने वाला तो हो, वो आप निकले। आपने हमेशा ही मैं की जगह हम कहा है और ये हम कहना ही जागृति लाना है एक तरह से। मुझे लगता है कि जब भी मैं कहता हूँ ना, मैं ये काम कर रहा हूँ, मैं ये कर रहा हूँ, तो मुझे लगता है मैं अपने आप को शायद ज़्यादा प्रस्तुत कर रहा हूँ। इतना तो मेरा काम नहीं है जितना मैं उसे प्रस्तुत कर रहा हूँ। तो हम में ये होता है कि चाहे मेरे साथ एक छोटा सा वर्कर भी है, वो भी उसमें शामिल हो गया। तो हम का जो तात्पर्य है और जो हम पंजाबी चैनल है, मैं निश्चित रूप से नमन करता हूँ आपको कि आपने हम कह के जो शुरुआत की है, यही हम जो है एक ऐसी ज्वाला बनेगा कि जिसकी तपन, जिसकी महक, जिसकी चहक हमारे राजनीतिक दल, हमारे प्रमुख राजनीतिक दल सोचेंगे, इसमें विचार करेंगे और निश्चित रूप से हमारे समाज को एक अच्छा नेतृत्व करने का मौका मिलेगा। ਅਸੀਂ ਤੁਸੀਂ ਪੰਜਾਬੀ ਹੈਗੇ ਆ, ਹਾਂਜੀ। ਤੇ ਕਿਆ ਤੁਹਾਡੇ ਘਰ ਦੇ ਵਿੱਚ ਪੰਜਾਬੀ ਖਾਣਾ ਬਣਦਾ ਹੈ? ਬੱਚੇ ਜਾਂ ਤੁਹਾਡੀ ਵਾਈਫ, ਲੜਕੀਆਂ ਪੰਜਾਬੀ ਪਹਿਨਾਵਾ ਪਾਉਂਦੇ ਨੇ ਕਿ ਨਹੀਂ? ਇਸ ਬਾਰੇ 'ਚ ਕੀ ਤੁਹਾਡਾ ਕਹਿਣਾ? नहीं, पंजाबी समाज, पंजाबी संस्कृति अपने आप ही बड़ी रिच हैगी। एक तो मस्त मलंग वाली हैगी, करो और खाओ। बच्चे आजकल नहीं करते, लेकिन मैं जद गल करना उन्हां दे नाल, छोटे पोते पोतरियां नाल या उदा कोई आ जाए उन्हां दे नाल, तो मैं पंजाबी च ही गल करना और समझ जाते हैगे। डेवलपमेंट जिहड़ा हैगा, बच्चे, मेरा बेटा तो बहुरानी नहीं बोलेगी, लेकिन ਜਿਹੜੇ ਸਾਡੇ ਪੋਤਾ ਪੋਤੀ ਹੈਗੇ ਉਹ ਹਲਕੀ ਹਲਕੀ ਗੱਲ ਕਰਨ ਲੱਗੇ ਹੈ। ਪਹਿਲੇ ਤਾਂ ਸੁਣਦੇ ਸੀ 3-4 ਸਾਲ, ਜੈਸੇ ਇੱਕ 5 ਸਾਲ ਦਾ ਹੈਗਾ, ਇੱਕ 8-9 ਸਾਲ ਦੀ ਹੈਗੀ, ਪਹਿਲੇ ਤਾਂ ਸੁਣਦੇ ਹੀ ਸੀ ਖਾਲੀ। ਹੁਣ ਉਹ ਵਿੱਚੇ ਵਿੱਚੇ ਇੱਕ ਦੋ ਆਪਣੇ ਡਾਇਲੋਗ ਜਾਂ ਇੱਕ ਆਧ ਗੱਲ ਆਪਣੀ ਪੰਜਾਬੀ ਚ ਰੱਖ ਦਿੰਦੇ ਹੈਗੇ, ਤਾਂ ਉਹ ਬੜਾ ਅੱਛਾ ਲੱਗਦਾ ਹੈਗਾ। ਅਸੀਂ ਲੱਗਦਾ ਕਿ ਅਸੀਂ ਕੁਝ ਦੇ ਰਹੇ ਹਾਂ ਉਹਨਾਂ ਨੂੰ। ਔਰ ਪਹਿਰਾਵੇ 'ਚ ਕੋਈ ਦਿੱਕਤ ਨਹੀਂ ਹੈ, ਸਾਰੇ ਅਸੀਂ ਪੰਜਾਬੀ ਦੇ ਰਸਮੋ ਰਿਵਾਜ ਵੀ ਅਸੀਂ ਪੂਰੀ ਕਰਨੇ ਆ। ਲੋਹੜੀ 'ਤੇ ਮੈਂ ਥੀਏਟਰ ਘਰ 'ਚ ਬਣਾਇਆ, ਅਮਿਤਰ ਥੀਏਟਰ 100 ਸੀਟ ਦਾ ਹੈਗਾ। ਉੱਥੇ कार्यक्रम बराबर होंदे रहंदे हैगे, हर महीने ही होंदा हैगा। ਹੁਣ 4 ਤਰੀਕ ਨੂੰ ਫਿਰ ਹੈਗਾ। ਤੇ ਅਸੀਂ ਪੂਰਾ ਲੋਹੜੀ ਦਾ ਫੰਕਸ਼ਨ ਹੋਏ ਜਾਂ ਵਿਸਾਖੀ ਦਾ ਹੋਏ, ਸਾਰੇ ਅਸੀਂ ਫੰਕਸ਼ਨ ਜਿਹੜੇ ਹੈਗੇ ਸਾਰੇ ਆਪਸੀ ਸੰਸਕ੍ਰਿਤੀ ਨੂੰ ਜੀਵਿਤ ਰੱਖਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਹੈਗੇ ਆ। ਔਰ ਲੋਕਾਂ ਨੂੰ ਵੀ ਦੱਸਦੇ ਆ ਵੀ ਸਾਡਾ ਅੱਜ ਇੱਕ ਤਿਉਹਾਰ ਹੈਗਾ, ਅੱਜ ਇਹ ਹੈਗਾ, ਅੱਜ ਅਸੀਂ ਇਹ ਬਣਾ ਰਹੇ ਹੈਗੇ ਆ, ਅੱਜ ਅਸੀਂ ਇਹ ਕੀਤਾ ਹੈਗਾ। ਤਾਂ ਉਹ ਵੀ ਸਮਝਦੇ ਹੈਗੇ ਤੇ ਸਾਡੇ ਨਾਲ ਮਿਲ ਕੇ ਚੱਲਦੇ ਹੈਗੇ। ਪੰਜਾਬੀਆਂ ਦੇ ਘਰ 'ਚ ਸਵੇਰੇ ਪਰੌਂਠਾ ਬਣਦਾ ਹੈ, ਮੱਖਣ ਤੇ ਲੱਸੀ। ਤੁਹਾਡੇ ਵੀ ਬਣਦਾ ਹੈ ਕਿ ਨਹੀਂ? ਪੱਕਾ ਬਣਦਾ ਹੈ ਜੀ। ਔਰ ਮੈਂ ਤਾਂ ਹੋਰ ਬੱਚੇ ਖਾਣ ਨਾ ਖਾਣ ਉਹ ਵਾਲਾ ਮੱਖਣ ਜਿਹੜਾ ਘਰੋਂ ਹੀ ਅਸੀਂ ਕੱਢਨੇ ਹੈਗੇ ਆ, ਮੈਂ ਬਹੂ ਰਾਣੀ ਨੂੰ ਜਾਂ ਉਹਨਾਂ ਨੂੰ ਕਹਿ ਦਿੰਦਾ ਕਿ ਭਾਈ ਮੇਰੇ ਲਈ ਅਲੱਗ ਇੱਕ ਪਾ ਕੇ ਰੱਖ ਦਿਓ। और जब तक वो मक्खन चलता है, कोई सब्जी नहीं चाहिए, कोई दही, कुछ पनीर भी आ जाए बेकार है। और जब मक्खन पै जाए पराठे के उत्ते तो बल्ले बल्ले है, फिर की है। बंसी लाल जी, मैं समाचार पत्रों के माध्यम नाल आपका नाम खेलों में बैडमिंटन, जूडो, कराटे, ये बच्चों को आप सिखाते हो, इस विषय में पढ़ता रहता हूँ। इसको डिटेल से हमारे श्रोताओं को बताओ कि इन खेलों से आप कैसे जुड़ गए? खेल मेरा शौक़ रहा है शुरू से ही। बैडमिंटन जैसे मैंने बताया लगभग 30-32 साल से मैं खेल ही रहा हूँ और आज भी खेलता हूँ। मेरे अंदर एक ऐसी चीज़ है, जैसे मैं समाज के लिए कुछ करना चाहता हूँ, तो मैंने एक अमित्र फाउंडेशन का गठन किया जिसमें हमारे बहुत सारे टीम मेंबर हैं। पैसे की आवश्यकता भी आपसे कह दिया, उनसे कह दिया, अपने क्लाइंट से कह दिया, हो जाती है। जो मैं चाहता हूँ उतना हो जाता है।
कहीं स्कूल में पानी की व्यवस्था नहीं है तो ठीक है बोरिंग करा दिया। कहीं पे अब तो इंफ्रास्ट्रक्चर सरकार देने लगी है, पहले स्थिति बहुत ख़राब थी, आज से 10 साल 8 साल पहले। आज सरकारी स्कूलों की स्थिति अच्छी है, लेकिन हमारे लिए काम फिर भी बहुत है। हम जूडो कराटे स्कूल में सिखाते हैं, कराटे वेलफेयर सोसाइटी है हमारी जिसका मैं पैटर्न हूँ। बैडमिंटन कोर्ट हमने 3 बनाए हैं, अभी 3 में सिखा रहे हैं। अभी एक जगह मेहरौली है, ये रह रहा है, इसमें हम शुरू करेंगे जल्दी इसी साल में। एकेडमी हम बच्चों के लिए क्या होता है कि इन्हें खेलने के लिए बाहर जगह नहीं मिलती, अंदर व्यवस्था नहीं है, बाहर खेल नहीं सकते तो जाएं कहाँ। इस स्थिति को हमने समझा हर खेल दिवस पे हर साल भी, और शनिवार एक दिन तय होता, आज इस स्कूल में कल उस स्कूल में हम बच्चों को सारे खेल खिलाते हैं। क्योंकि मैं गाजियाबाद बैडमिंटन एसोसिएशन का उपाध्यक्ष भी हूँ और ख़ुद भी खेलता हूँ, तो मैं चाहता हूँ ये चीज़ ट्रांसफ़र हो कि उनके चेहरे पर मुस्कुराहट आ जाए। इसके लिए मेरे पास कुछ ना कुछ रहता है और मैं स्वयं भी रहता हूँ। बंसीलाल जी, मेरी आपको बहुत शुभकामनाएं हैं। आप इसी प्रकार खुश रहें, स्वस्थ रहें और मस्त रहें और मुस्कुराते रहें। मैं आपका बहुत बहुत धन्यवाद करता हूं कि आपने कीमती समय देकर आप यहां आए। और हम पंजाबी चैनल के श्रोताओं, आपका भी बहुत बहुत धन्यवाद। और मुझे भी आपसे एक ही निवेदन जी कि आप हम पंजाबी चैनल से जुड़े रहें। आप चैनल को सब्सक्राइब करें, लाइक करें और शेयर करें। नमस्कार बंधुओं और नमस्कार बंसीलाल जी। नमस्कार, मुझे भी बहुत अच्छा लगा और हम पंजाबी नाम सुन के तो गदगद हो गया मैं। This program is powered by Mixin. Dream it, live it. Safab, crafting your dreams. जद कीता पंजाबिया ने कीता है कमाल, होए जो बोले सो निहाल।